ਗੁੱਡ ਇਵਨਿੰਗ, ਸਤਿ ਸ਼੍ਰੀ ਅਕਾਲ। ਹਰ ਬੁੱਧਵਾਰ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਤੁਹਾਡੇ ਨਾਲ ਜਿਹੜੇ ਅੱਜ ਦੇ ਅਪਡੇਟਸ ਹੈਗੇ ਨੇ ਉਹਨਾਂ ਨੂੰ ਲੈ ਕੇ ਤੁਹਾਡੇ ਕੋਲੇ ਆ ਰਹੇ ਹਾਂ। ਪਹਿਲੀ ਗੱਲ ਇਹ ਹੈ ਕਿ ਸਾਡੇ ਬੈਸਟ ਐਫਰਟਸ ਦੇ ਬਾਵਜੂਦ ਪਿਛਲੇ ਕੁਝ ਦਿਨਾਂ ਦੇ ਦੌਰਾਨ ਜਿਹੜੀ ਥੋੜ੍ਹੀ ਜਿਹੀ ਲਾਪਰਵਾਹੀ ਹੋਈ ਹੈ, ਉਸ 'ਚ ਲੋਕਲ ਬਾਡੀਜ਼ ਇਲੈਕਸ਼ਨ ਵੀ ਹੋਏ ਨੇ, ਬਹੁਤ ਸਾਰੇ ਤਿਉਹਾਰ ਵੀ ਆਏ ਨੇ। ਵਾਰ-ਵਾਰ ਚੇਤਾਵਨੀ ਦੇਣ ਦੇ ਬਾਵਜੂਦ ਭੀੜ ਭੜੱਕਾ ਵੀ ਲੱਗਿਆ ਹੈਗਾ। ਉਹਦਾ ਨਤੀਜਾ ਇਹ ਹੋਇਆ ਕਿ ਪੂਰੇ ਦੇਸ਼ ਦੇ ਵਿੱਚ ਇਸ ਸਮੇਂ ਜਿਹੜੀ ਦੂਜੀ ਲਹਿਰ ਹੈਗੀ ਹੈ, ਕਈ ਲੋਕ ਇਹਨੂੰ ਤੀਜੀ ਲਹਿਰ ਵੀ ਗਿਣ ਰਹੇ ਹੈ, ਉਸ ਦੇ ਤਾਬੇ ਜਿਹੜੇ ਕੇਸ ਹੈ ਉਹ ਵੱਧ ਰਹੇ ਨੇ। ਬੜੀ ਚਿੰਤਾ ਦੀ ਗੱਲ ਹੈ ਕਿ ਇਸ ਵੇਲੇ ਸਾਡੇ ਜਿਹੜੇ ਲੁਧਿਆਣਾ, ਕਿਉਂਕਿ ਸੈਂਟਰਲ ਟਾਊਨ ਹੋਣ ਕਰਕੇ ਸੁਵਿਧਾਵਾਂ ਚੰਗੀਆਂ ਹੋਣ ਕਰਕੇ ਬਹੁਤ ਸਾਰੇ ਵੱਖ-ਵੱਖ ਥਾਵਾਂ ਤੋਂ, ਵੱਖ-ਵੱਖ ਰਾਜਾਂ ਤੋਂ ਇੱਥੇ ਕਿਉਂਕਿ ਮਰੀਜ਼ ਦਾਖਲ ਹੋਣ ਆਉਂਦੇ ਹੈ। 146 ਮਰੀਜ਼ ਜਿਹੜੇ ਹੈਗੇ ਨੇ ਉਹ ਵੱਖ-ਵੱਖ ਹੋਰ ਥਾਵਾਂ ਤੋਂ ਆ ਕੇ ਸਾਡੇ ਕੋਲ ਦਾਖਲ ਹੋਏ ਨੇ ਔਰ 185 ਸਾਡੇ ਆਪਦੇ ਲੁਧਿਆਣੇ ਦੇ ਮਰੀਜ਼ ਨੇ ਜਿਹੜੇ ਕਿ ਪ੍ਰਾਈਵੇਟ 'ਚ ਦਾਖਲ ਨੇ। ਉਸ ਤੋਂ ਭਾਵ ਇਹ ਹੈ ਕਿ ਸਾਡੇ ਕੁੱਲ 331 ਜਿਹੜੇ ਮਰੀਜ਼ ਨੇ ਇਸ ਵੇਲੇ ਦਾਖਲ ਹੈਗੇ ਆ ਵੱਖ-ਵੱਖ ਹਸਪਤਾਲਾਂ ਦੇ ਵਿੱਚ। ਕਿਸੇ ਸਮੇਂ ਇਹ ਸੰਖਿਆ ਜਿਹੜੀ ਹੈ ਘਟ ਕੇ ਸਿਰਫ 30 ਦੇ ਕਰੀਬ ਸੀ। ਇਹਦਾ ਮਤਲਬ ਹੈ ਕਿ ਮਰੀਜ਼ਾਂ ਦੀ ਸੰਖਿਆ ਵੱਧ ਕੇ 11 ਗੁਣਾ ਹੋ ਗਈ ਹੈ। ਇਹ ਬਹੁਤ ਹੀ ਇੱਕ ਗੰਭੀਰ ਗੱਲ ਹੈ ਅਤੇ ਆਪਾਂ ਸਾਰਿਆਂ ਨੂੰ ਆਪਣੀ ਸਿਹਤ ਦਾ, ਆਪਦੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ। ਦੂਜੀ ਗੱਲ ਇਹ ਹੈ ਕਿ ਡੇਲੀ ਦੇ ਜਿਹੜੇ ਸਾਡੇ ਪੋਜ਼ੀਟਿਵ ਕੇਸਿਸ ਨੇ, ਪਹਿਲਾਂ 20-25 ਦੇ ਕਰੀਬ ਪੋਜ਼ੀਟਿਵ ਆ ਰਹੇ ਸੀ, ਹੁਣ ਹਰ ਰੋਜ਼ 250 ਦੇ ਕਰੀਬ ਆ ਰਹੇ ਹੈ। ਅੱਜ ਵੀ 233 ਲੋਕ ਲੁਧਿਆਣੇ ਦੇ ਪੋਜ਼ੀਟਿਵ ਆਏ ਨੇ ਔਰ 49 ਲੋਕ ਜਿਹੜੇ ਹੈਗੇ ਨੇ ਉਹ ਦੂਜੇ ਜ਼ਿਲ੍ਹਿਆਂ ਦੇ ਇਸ ਵੇਲੇ ਪੋਜ਼ੀਟਿਵ ਆਏ ਨੇ। ਐਂਡ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਹੜੀ ਹਰ ਹਫਤੇ ਦੀ 1 ਜਾਂ 2 ਮੌਤ ਦੀ ਸੰਖਿਆ ਰਹਿ ਗਈ ਸੀ, ਉਹ ਵੱਧ ਕੇ ਹੁਣ ਹਰ ਰੋਜ਼ ਜਿਹੜੀ 5-6 ਦੀ ਐਵਰੇਜ ਹੋ ਗਈ ਹੈ। ਹਰ ਜਾਨ ਕੀਮਤੀ ਹੈਗੀ ਹੈ ਔਰ ਸਾਨੂੰ ਸਾਰਿਆਂ ਨੂੰ ਇਹਦਾ ਧਿਆਨ ਰੱਖਣਾ ਚਾਹੀਦਾ ਔਰ ਆਪਦੇ ਆਪ ਨੂੰ, ਇਹ ਜਦੋਂ ਲਹਿਰ ਹੈਗੀ ਹੈ ਬੁਰਾ ਸਮਾਂ ਤਾਂ ਇਸ ਤੋਂ ਬਚਣਾ ਚਾਹੀਦਾ। ਪਹਿਲੀ ਅਪੀਲ ਮੈਂ ਤੁਹਾਨੂੰ ਸਾਰਿਆਂ ਨੂੰ, ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਅਸੀਂ ਕਰਮਾਂ ਵਾਲੇ ਹਾਂ ਕਿ ਸਾਡਾ ਜਿਹੜਾ ਦੇਸ਼ ਹੈ, ਸਾਡੀ ਸਰਕਾਰ ਹੈ, ਸੂਬੇ ਦੀ ਸਰਕਾਰ ਹੈ, ਕੇਂਦਰ ਦੀ ਸਰਕਾਰ ਹੈ, ਉਹਨਾਂ ਨੇ ਬਹੁਤ ਸਾਰਾ ਸਰਮਾਇਆ ਰਿਸਰਚ ਦੇ ਵਿੱਚ ਵੀ ਔਰ ਸਾਡੇ ਜਿਹੜੇ ਸੀਰਮ ਇੰਸਟੀਟਿਊਟ ਔਰ ਜਿਹੜੇ ਭਾਰਤ ਬਾਇਓਟੈਕ ਦੋਨੋਂ ਹੀ ਚੋਟੀ ਦੇ ਜਿਹੜੇ ਵੈਕਸੀਨੇਸ਼ਨ ਬਣਾਉਣ ਵਾਲੇ ਇੰਸਟੀਟਿਊਟ ਨੇ ਉਹ ਭਾਰਤ 'ਚ ਨੇ। ਉਹ ਉੱਥੋਂ ਜਿਹੜੀ ਵੈਕਸੀਨ ਬਣ ਕੇ ਆਪਾਂ ਨੂੰ ਇੰਨੀ, ਆਪਣੀ ਸੁੱਖ ਨਾਲ ਜਨਸੰਖਿਆ ਵੀ ਇੰਨੀ ਜ਼ਿਆਦਾ, ਉਹਦੇ ਬਾਵਜੂਦ ਜਿਹੜੀ ਇੰਨੀ ਵੱਡੀ ਸੰਖਿਆ 'ਚ ਸਾਡੇ ਕੋਲ ਮੈਡੀਸਨ ਆ ਰਹੀ ਹੈ, ਵੈਕਸੀਨ ਆ ਰਹੀ ਹੈ। ਪਰ ਮੈਨੂੰ ਥੋੜ੍ਹੀ ਜਿਹੀ ਇਹ ਗੱਲ ਮੈਨੂੰ ਸਮਝ ਵੀ ਨਹੀਂ ਆਉਂਦੀ, ਉਸ ਦੇ ਬਾਵਜੂਦ 45 ਤੋਂ 60 ਵਰੇ ਜਿਹੜੇ ਕੋਮੋਰਬਿਡ ਕੰਡੀਸ਼ਨ ਵਾਲੇ, ਆਲਮੋਸਟ ਸਾਰੇ ਲੋਕ ਹੀ ਕੋਮੋਰਬਿਡ ਨੇ, ਕਿਸੇ ਨਾ ਕਿਸੇ ਨੂੰ ਕੋਈ ਹਾਈਪਰਟੈਂਸ਼ਨ ਜਾਂ ਹੋਰ, ਜਾਂ ਬਹੁਤੇ ਲੋਕ ਇਸ ਡੈਫੀਨੇਸ਼ਨ 'ਚ ਆ ਜਾਂਦੇ ਨੇ। 60 ਵਰੇ ਤੋਂ ਉੱਪਰ ਤਾਂ ਯੂਨੀਵਰਸਲ ਹੀ ਹੈ। ਉਸ ਦੇ ਬਾਵਜੂਦ ਜਿਹੜੀ ਕਵਰੇਜ ਹੈ ਉਹ ਬਹੁਤ ਥੋੜ੍ਹੀ ਹੈ। ਹਰ ਰੋਜ਼ 3 ਤੋਂ 4 ਹਜ਼ਾਰ ਤੱਕ ਹੀ ਲੋਕ ਹੈ ਜਿਹੜੇ ਉਹ ਵੈਕਸੀਨੇਸ਼ਨ ਲਗਾਉਣ ਆ ਰਹੇ ਹੈ, ਜਦ ਕਿ ਸਾਡੇ ਕੋਲ ਇਸ ਵੇਲੇ ਵੀ ਰਿਜ਼ਰਵ ਸਟਾਕ ਦੇ ਵਿੱਚ 70,000 ਦੇ ਕਰੀਬ ਵੈਕਸੀਨ ਜਿਹੜੀ ਹੈ 70,000 ਲੋਕਾਂ ਲਈ ਸਫੀਸ਼ੀਐਂਟ ਪਈ ਹੈ। ਮੇਰੀ ਸਾਰੇ ਲੁਧਿਆਣਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਉਹ ਆਪਦੇ ਨੇੜੇ ਦੇ ਸਿਵਲ ਹਸਪਤਾਲ ਜਾਂ ਜਿਹੜੇ ਤੁਹਾਡੇ CSC PSC ਹੈਗੇ ਨੇ ਉੱਥੇ ਜਾ ਕੇ 23 ਸੈਂਟਰਾਂ 'ਚ ਅਸੀਂ ਵੈਕਸੀਨੇਸ਼ਨ ਸਰਕਾਰੀ ਤੌਰ 'ਤੇ ਕਰ ਰਹੇ ਹਾਂ। ਇੱਥੇ ਜਾ ਕੇ ਤੁਸੀਂ ਵੈਕਸੀਨ ਲਵਾਓ, ਬਿਲਕੁਲ ਫ੍ਰੀ ਲੱਗੇਗੀ। ਉਸ ਤੋਂ ਇਲਾਵਾ ਅਸੀਂ 50 ਦੇ ਕਰੀਬ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਉਹਨਾਂ 'ਚ 250 ਰੁਪਏ ਦਾ ਚਾਰਜ ਲੈ ਕੇ ਵੈਕਸੀਨੇਸ਼ਨ ਲਗਾਈ ਹੈ। ਕਈ ਲੋਕਾਂ ਨੂੰ ਇਹ ਵਹਿਮ ਹੈ ਕਿ ਸ਼ਾਇਦ ਇਹਦਾ ਪ੍ਰੋਸੈਸ ਪਤਾ ਨਹੀਂ ਕੀ ਲੰਮਾ ਹੈ, ਕੀ ਹੈ। ਕੁਛ ਨਹੀਂ ਕਰਨਾ, ਤੁਸੀਂ ਸਿਰਫ ਆਪਦਾ ਜਿਹੜਾ ਆਧਾਰ ਕਾਰਡ ਲੈ ਕੇ ਨੇੜੇ ਦੇ ਹਸਪਤਾਲ 'ਚ ਜਾਣਾ ਹੈ। ਜੇ ਤੁਸੀਂ ਕਿਸੇ ਵਿਸ਼ੇਸ਼ ਕੈਟੇਗਰੀ 'ਚ ਕੋਈ ਇੰਪਲੋਈ ਹੈਗੇ ਹੋ, ਉਸ ਨਾਤੇ ਤੁਹਾਡੀ ਵੈਕਸੀਨੇਸ਼ਨ ਹੋਣੀ ਹੈ, ਉਸ ਕੇਸ ਦੇ ਵਿੱਚ ਜਿਹੜਾ ਹੈਗਾ ਤੁਹਾਨੂੰ ਆਪਦਾ ਆਈ ਕਾਰਡ ਲੈ ਕੇ ਜਾਣਾ ਪਊਗਾ। ਬਟ ਰੱਬ ਦੇ ਵਾਸਤੇ ਵੈਕਸੀਨੇਸ਼ਨ ਲਗਾਓ। ਜਦੋਂ ਆਪਾਂ ਵੈਕਸੀਨੇਸ਼ਨ ਲਗਾਵਾਂਗੇ ਆਪਾਂ ਆਪਦੇ ਪਰਿਵਾਰ ਨੂੰ, ਆਪਦੇ ਆਪ ਨੂੰ ਹੀ ਨਹੀਂ ਬਚਾਵਾਂਗੇ ਬਲਕਿ ਸਮਾਜ ਨੂੰ ਵੀ ਬਚਾਵਾਂਗੇ। ਕਿਉਂਕਿ ਜਿਹੜਾ ਵਿਅਕਤੀ ਇੱਕ ਵਾਰੀ ਵੈਕਸੀਨੇਟ ਹੋ ਜਾਂਦਾ ਉਹ ਇੱਕ ਤਰ੍ਹਾਂ ਨਾਲ ਬੈਰੀਅਰ ਦਾ ਕੰਮ ਕਰਦਾ ਹੈਗਾ। ਜਿਹੜਾ ਵਾਇਰਸ ਹੈ ਉਸ ਤੋਂ ਅੱਗੇ ਆ ਕੇ ਅੱਗੇ ਨਹੀਂ ਫੈਲਦਾ ਅਤੇ ਸਮਾਜ ਦੇ ਵਿੱਚ ਇਹਦੇ ਜਿਹੜੇ ਵਧਣ ਦੀ, ਫੁੱਲਣ ਦੀ ਜਿਹੜੀ ਦਰ ਹੈ ਉਹ ਘਟਦੀ ਹੈ। ਦੂਜੀ ਗੱਲ, ਬਹੁਤ ਸਾਰੇ ਲੋਕਾਂ ਨੂੰ ਇਹ ਵਹਿਮ ਹੈ ਕਿ ਦੇਖੋ ਜੀ ਵੈਕਸੀਨ ਲਗਾ ਕੇ ਵੀ ਕੁਝ ਬੰਦੇ ਪੋਜ਼ੀਟਿਵ ਆ ਗਏ। ਪਹਿਲੀ ਗੱਲ ਤਾਂ ਇਹ ਹੈ ਕਿ ਵੈਕਸੀਨ ਦੀ ਪਹਿਲੀ ਡੋਜ਼ ਲੱਗਣ ਤੋਂ ਬਾਅਦ 100% ਸੁਰੱਖਿਆ ਨਹੀਂ ਆਉਂਦੀ। ਜਿਹੜੀ ਸੁਰੱਖਿਆ ਹੈਗੀ ਹੈ ਉਹ ਦੂਜੀ ਡੋਜ਼ 28 ਦਿਨ ਜਦੋਂ ਤੁਹਾਨੂੰ ਲੱਗ ਜਾਂਦੀ ਹੈ, ਉਸ ਤੋਂ ਹਫ਼ਤਾ 10 ਦਿਨ ਬਾਅਦ ਆਉਂਦੀ ਹੈ। ਦੂਜੀ ਡੋਜ਼ ਲੱਗਣ ਤੋਂ ਬਾਅਦ ਵੀ ਇਹ 100% ਗਰੰਟੀ ਨਹੀਂ ਹੁੰਦੀ ਕਿ ਤੁਹਾਨੂੰ ਕਰੋਨਾ ਨਹੀਂ ਹੋਏਗਾ, ਪਰ 70-80% ਸੰਭਾਵਨਾ ਹੈਗੀ ਹੈ ਕਿ ਤੁਹਾਨੂੰ ਕਰੋਨਾ ਨਹੀਂ ਹੋਏਗਾ। ਦੈਟਸ ਏ ਗ੍ਰੇਟ ਰਿਲੀਫ। ਅਗਰ ਆਪਾਂ ਕੋਈ ਚੀਜ਼ ਲੜਦੇ ਹਾਂ 70-80% ਉਹਦੀ ਸੰਭਾਵਨਾ ਹੋਵੇ ਤਾਂ ਉਹਨੂੰ ਆਪਾਂ ਬਹੁਤ ਅੱਛੀ ਇੱਕ ਬਚਣ ਦੀ ਸੰਭਾਵਨਾ ਮੰਨਦੇ ਹਾਂ। ਪਰ ਜਿਹੜੇ 20% ਕੇਸਾਂ 'ਚ ਵੈਕਸੀਨੇਸ਼ਨ ਲੱਗਣ ਤੋਂ ਬਾਅਦ
ਕਰੋਨਾ ਹੁੰਦਾ ਵੀ ਹੈ ਤਾਂ ਉਹਦੀ ਜਿਹੜਾ ਉਹਦਾ ਆਫਟਰ ਇਫੈਕਟਸ ਹੈਗੇ ਨੇ ਜਾਂ ਜਿਹੜੀ ਬਿਮਾਰੀ ਦੀ ਜਿਹੜੀ ਸੀਵੀਅਰਿਟੀ ਹੈ, ਜਿਹੜੀ ਗੰਭੀਰਤਾ ਹੈਗੀ ਹੈ, ਉਹ ਬਹੁਤ ਹੱਦ ਤੱਕ ਘਟ ਜਾਂਦੀ ਹੈ, ਕਿਉਂਕਿ ਬਾਡੀ ਦੇ ਵਿੱਚ ਕਿਸੇ ਹੱਦ ਤੱਕ ਉਸ ਰੋਗ ਨਾਲ ਲੜਨ ਦੀ ਪਹਿਲਾਂ ਤੋਂ ਹੀ ਸਮਰੱਥਾ ਪੈਦਾ ਹੋ ਜਾਂਦੀ ਹੈ। ਔਰ ਅਜਿਹੇ ਕੇਸਾਂ ਦੇ ਵਿੱਚ ਗੰਭੀਰ ਲੱਛਣ ਬਹੁਤ ਥੋੜ੍ਹੇ ਦੇਖੇ ਗਏ ਨੇ। ਭਾਰਤ ਦੇ ਵਿੱਚ ਮੈਂ ਦੇਖ ਰਿਹਾ ਕਿ ਬਹੁਤ ਲੋਕ ਆਪਦੇ ਆਪ ਨੂੰ ਚਤਰ ਅਤੇ ਸਿਆਣੇ ਸਮਝਦੇ ਨੇ। ਹਰ ਬੰਦਾ ਇਹ ਸਮਝਦਾ ਹੈ ਕਿ ਮੇਰਾ ਬੜਾ ਦਿਮਾਗ ਹੈ। ਉਹ ਸੋਸ਼ਲ ਮੀਡੀਆ 'ਤੇ ਵੀ ਬੜੇ ਕਮੈਂਟ ਕਰਦੇ ਆ, ਪਰ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਸੋਸ਼ਲ ਮੀਡੀਆ 'ਤੇ ਜੋ ਸਾਨੂੰ ਕੱਚੀ ਪੱਕੀ ਇਨਫੋਰਮੇਸ਼ਨ ਆਉਂਦੀ ਹੈ, ਅੱਜ ਕੱਲ੍ਹ ਇੱਕ ਨਵੀਂ ਟਰਮ ਚੱਲੀ ਹੈ ਕਿ ਵਟਸਐਪ ਯੂਨੀਵਰਸਿਟੀ, ਉਹਦੇ ਰਾਹੀਂ ਜੋ ਕੱਚੀ ਪੱਕੀ ਇਨਫੋਰਮੇਸ਼ਨ ਆਉਂਦੀ ਹੈ ਆਪਾਂ ਉਹਨੂੰ ਸੱਚ ਮੰਨ ਲੈਂਦੇ ਹਾਂ। ਔਰ ਜਿਹੜਾ ਬੰਦਾ ਕੱਚੀਆਂ ਪਿੱਲੀਆਂ ਗੱਲਾਂ ਅਤੇ ਅਫਵਾਹਾਂ 'ਤੇ ਯਕੀਨ ਕਰੇ ਉਹਨੂੰ ਪੰਜਾਬੀ 'ਚ ਲਾਈ ਲੱਗ ਕਹਿੰਦੇ ਹੈ। ਮੈਨੂੰ ਇਹ ਮਤਲਬ ਜਾਣ ਕੇ, ਕਿਉਂਕਿ ਅਸੀਂ ਇਸ ਗੱਲ ਦਾ ਮਾਣ ਕਰਦੇ ਹਾਂ ਕਿ ਅਸੀਂ ਬੜਾ ਯਾਨੀ ਕਿ ਅਗਾਂਹ ਵਧੂ ਅਤੇ ਪੜ੍ਹੇ ਲਿਖੇ ਲੋਕਾਂ ਦਾ ਸੂਬਾ ਹੈਗੇ ਹਾਂ। ਸਾਡੇ ਨਾਲ ਦਾ ਜਿਹੜਾ ਸੂਬਾ ਹੈ ਰਾਜਸਥਾਨ, ਉਹ ਇੰਡੀਆ 'ਚ ਪਹਿਲੇ ਨੰਬਰ 'ਤੇ ਹੈ। ਡੇਲੀ ਵੈਕਸੀਨ ਦੀ ਜਿਹੜੀ ਐਵਰੇਜ ਹੈਗੀ ਹੈ ਸਭ ਤੋਂ ਜ਼ਿਆਦਾ ਉੱਥੇ ਲੱਗ ਰਹੀ ਹੈ। ਅੱਜ ਦੀਆਂ ਮੈਂ ਫਿਗਰਸ ਦੇਖ ਰਿਹਾ ਸੀ, 1 ਲੱਖ ਤੋਂ ਉੱਤੇ ਲੋਕ ਉੱਥੇ ਡੇਲੀ ਵੈਕਸੀਨੇਸ਼ਨ ਕਰਾ ਰਹੇ ਹੈ। ਸਾਡਾ ਗੁਆਂਢੀ ਸੂਬਾ ਜਿਹੜਾ ਹਰਿਆਣਾ ਹੈ, ਸਾਡੇ 40% ਦੇ ਵਿੱਚ ਸਾਡਾ ਛੋਟਾ ਭਰਾ ਬਣਿਆ ਸੀਗਾ, ਸਾਡੇ ਤੋਂ ਅਲੱਗ ਹੋਇਆ ਸੀ। ਉੱਥੇ ਸਾਡੇ ਨਾਲ 1.5 ਲੋਕ ਜਿਹੜੇ ਹੈਗੇ ਆ ਵੈਕਸੀਨੇਸ਼ਨ ਰੋਜ਼ ਲਗਾ ਰਹੇ ਆ, ਕੋਈ ਮੈਨੂੰ ਲੱਗਦਾ 25-30 ਹਜ਼ਾਰ ਦੇ ਕਰੀਬ ਹੈ। ਪੰਜਾਬ ਦੇ ਵਿੱਚ ਕੇਵਲ 22-24 ਹਜ਼ਾਰ ਐਵਰੇਜ ਵੈਕਸੀਨੇਸ਼ਨ ਹੋ ਰਹੀ ਹੈ, ਜਿਸ 'ਚ ਸਿਰਫ 4 ਹਜ਼ਾਰ ਜਿਹੜੀ ਹੈ ਲੁਧਿਆਣੇ 'ਚ ਹੋ ਰਹੀ ਹੈ। ਸੋ ਇੰਨੇ ਜ਼ਿਆਦਾ ਇੰਤਜ਼ਾਮ ਕਰਨ ਤੋਂ ਬਾਅਦ ਵੈਕਸੀਨੇਸ਼ਨ ਨੂੰ ਇੰਨਾ ਠੰਡਾ ਜਿਹੜਾ ਮਤਲਬ ਇਹ ਪਤਾ ਨਹੀਂ, ਆਈ ਡੋਂਟ ਨੋ, ਤੁਹਾਨੂੰ ਸਾਰਿਆਂ ਨੂੰ ਇਸ 'ਤੇ ਜ਼ਰੂਰ ਵਿਚਾਰ ਕਰਨਾ ਚਾਹੀਦਾ ਹੈ। ਔਰ ਜਿਹੜੇ ਗਲਤ ਮੈਸੇਜ ਆ ਜਾਂਦੇ ਆ ਵੀ ਫਲਾਣੀ ਥਾਂ ਜੀ ਵੈਕਸੀਨ ਲੱਗਣ ਤੋਂ ਬਾਅਦ ਵੀ ਡੈਥ ਹੋ ਗਈ, ਕਈ ਵਾਰ ਲੋਕਾਂ ਨੇ ਹੈਲਮਟ ਲਗਾਇਆ ਹੋ ਜਾਂਦਾ ਫਿਰ ਵੀ ਐਕਸੀਡੈਂਟ ਹੋ ਜਾਂਦਾ। ਸੋ ਜਿਹੜੀ ਸੁਰੱਖਿਆ ਹੁੰਦੀ ਹੈ ਉਹ ਇੱਕ ਪ੍ਰੀਜ਼ੰਪਟਿਵ ਹੁੰਦੀ ਹੈ, ਕਿਸੇ ਹੱਦ ਤੱਕ ਹੁੰਦੀ ਹੈ। ਸਿਰਫ ਇਸ ਗੱਲ 'ਤੇ ਨਾ ਜਾਓ। ਸਾਡੇ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਅਸੀਂ 70-80 ਹਜ਼ਾਰ ਬੰਦਿਆਂ ਨੂੰ ਵੈਕਸੀਨ ਲਵਾ ਚੁੱਕੇ ਹਾਂ। ਕੀ ਤੁਸੀਂ ਕੋਈ ਸੁਣਿਆ ਵੀ ਕਿਸੇ ਨੂੰ ਕੋਈ ਮਾੜਾ ਪ੍ਰਭਾਵ ਹੋਇਆ? ਕੀ ਤੁਸੀਂ ਸੁਣਿਆ ਕਿ ਕਿਸੇ ਦੀ ਕੋਈ ਜਾਨ ਗਈ? ਸੋ ਇਸ ਕਰਕੇ ਅਫਵਾਹਾਂ 'ਚ ਨਾ ਆਓ। ਜਿਹੜੇ ਆਈਸੋਲੇਟਡ ਕੇਸਿਸ ਆਉਂਦੇ ਨੇ ਉਹ ਇੱਕ ਐਕਸੈਪਸ਼ਨ ਹੈ। ਜਿਹੜੀ ਜਨਰਲ ਟ੍ਰੈਂਡ ਹੈਗਾ ਕਿ ਵੈਕਸੀਨ ਬਹੁਤ ਸੇਫ ਹੈ, ਉਹਦੇ ਵੱਲ ਕਿਰਪਾ ਕਰਕੇ ਧਿਆਨ ਦਿਓ। ਦੂਜੀ ਗੱਲ, ਇੱਕ ਸੋਸ਼ਲ ਮੀਡੀਆ 'ਤੇ ਬੜਾ ਟ੍ਰੈਂਡ ਚੱਲਿਆ ਹੈਗਾ ਕਿ ਵੀ ਨਾਈਟ ਕਰਫਿਊ ਦਾ ਕੀ ਲੌਜਿਕ ਹੈਗਾ। ਤੁਸੀਂ ਆਪ ਸੋਚੋ, ਕੋਈ ਵੀ ਇੱਕ ਕਲਿਆਣਕਾਰੀ ਰਾਜ ਜਿਹੜਾ ਜਿਹਨੂੰ ਆਪਾਂ ਵੈਲਫੇਅਰ ਸਟੇਟ ਕਹਿੰਦੇ ਹਾਂ, ਉਹਦੀ ਸਰਕਾਰ ਜਾਂ ਉਹਦਾ ਪ੍ਰਸ਼ਾਸਨ ਆਪਣੇ ਲੋਕਾਂ ਦੀ ਆਜ਼ਾਦੀ 'ਚ ਕਿਉਂ ਵਿਘਨ ਪਾਉਣਾ ਚਾਹੂਗਾ? ਜੇ ਤੁਹਾਨੂੰ ਲਾਭ ਨਹੀਂ ਹੋਊਗਾ ਅਸੀਂ ਉਹ ਕੰਮ ਕਿਉਂ ਕਰਾਂਗੇ? ਨਾਈਟ ਕਰਫਿਊ ਦਾ ਬਿਲਕੁਲ ਲਾਭ ਹੈ। ਮੈਂ ਤੁਹਾਨੂੰ ਇਹ ਐਕਸਪਲੇਨ ਕਰਨਾ ਚਾਹੁੰਦਾ ਕਿ ਨਾਈਟ ਕਰਫਿਊ ਲੱਗਣ ਦੇ ਨਾਲ ਸਭ ਤੋਂ ਪਹਿਲੀ ਗੱਲ ਜਿਹੜੀ ਹਿਊਮਨ ਸਾਈਕੀ ਹੈ, ਅਸੀਂ ਸੋਸਾਇਟੀ ਦਾ ਬਿਹੇਵੀਅਰ ਦੇਖਿਆ, ਇੱਕ ਸੈਂਸ ਆਫ ਰਿਸਪੌਂਸਿਬਿਲਿਟੀ ਆਉਂਦੀ ਹੈ ਔਰ ਇਸ ਗੱਲ ਦਾ ਬੋਧ ਹੁੰਦਾ ਹੈ ਕਿ ਕੁਝ ਸੀਰੀਅਸ ਘਟਿਤ ਹੋ ਰਿਹਾ ਸਾਡੇ ਸਮਾਜ 'ਚ, ਅਤੇ ਲੋਕ ਇਸ ਗੱਲ ਨੂੰ ਜ਼ਿਆਦਾ ਸੀਰੀਅਸਲੀ ਲੈਣਾ ਸ਼ੁਰੂ ਕਰਦੇ ਆ। ਉਸ ਤੋਂ ਇਲਾਵਾ ਜ਼ਿਆਦਾਤਰ ਜਿਹੜੇ ਫੰਕਸ਼ਨਸ ਨੇ, ਜਿਵੇਂ ਤੁਹਾਡੇ ਬਰਥਡੇਜ਼ ਹੋ ਗਏ, ਕੋਈ ਰੋਕੇ ਦਾ ਫੰਕਸ਼ਨ ਹੋ ਗਿਆ, ਕੋਈ ਰਿੰਗ ਸੈਰੇਮਨੀ ਦੇ ਫੰਕਸ਼ਨ ਹੋ ਗਏ, ਕੋਈ ਇਸ ਤੋਂ ਇਲਾਵਾ ਖੁਸ਼ੀ ਦੇ ਜਿਹੜੇ ਜਿੰਨੇ ਵੀ ਸਮਾਗਮ ਹੁੰਦੇ ਨੇ, ਕੋਈ ਵਿਆਹਾਂ ਦੇ ਹੋ ਗਏ, ਕੋਈ ਰਿਸੈਪਸ਼ਨ ਦੇ ਹੋ ਗਏ, ਕੋਈ ਦੋਸਤਾਂ ਦਾ ਮੇਲ ਜੋਲ ਹੋ ਗਿਆ। ਕਈ ਲੋਕ ਖੁਸ਼ੀ ਦੇ ਰੌਂ 'ਚ ਹੀ ਹਰ ਹਫ਼ਤੇ 2-4 ਵਾਰ ਇਕੱਠੇ ਹੋ ਕੇ ਦੋਸਤ ਬਹਿੰਦੇ ਨੇ ਔਰ ਸ਼ਾਮ ਨੂੰ ਬਹਿ ਕੇ ਗੱਲਾਂ ਬਾਤਾਂ ਕਰਦੇ ਨੇ ਜਾਂ ਆਪਦੀ ਈਵਨਿੰਗਸ ਸ਼ੇਅਰ ਕਰਦੇ ਨੇ। ਜਦੋਂ ਅਸੀਂ ਈਵਨਿੰਗ ਕਰਫਿਊ ਲਗਾਉਂਦੇ ਹਾਂ ਤਾਂ ਬੰਦੇ ਨੂੰ ਇਸ ਗੱਲ ਦੀ ਕਾਹਲ ਹੁੰਦੀ ਹੈ ਕਿ ਮੈਂ 10 ਕੁ ਵਜੇ ਤੱਕ ਸਾਰਾ ਕੁਝ ਸਮੇਟ ਕੇ 11 ਵਜੇ ਨੂੰ ਘਰੇ ਪਹੁੰਚ ਜਾ। ਇੱਕ ਲੋਕਾਂ ਦੇ ਦਿਮਾਗ 'ਚ ਇਹ ਵੀ ਹੁੰਦਾ ਹੈ ਕਿ ਸਾਡੇ ਕੋਈ ਰਿਸ਼ਤੇਦਾਰ, ਕਿਉਂਕਿ ਸਾਰੀ ਉਮਰ 'ਚ ਇੱਕ ਵਾਰ ਵਿਆਹ ਕਰਨਾ, ਅਤੇ ਅਗਰ ਉਹ ਕਿਤੇ ਕਰਫਿਊ ਦੇ ਵਿੱਚ ਫਸ ਗਏ ਰਾਤ ਨੂੰ 11 ਵਜੇ ਤੋਂ ਬਾਅਦ, ਅਤੇ ਸਾਰੀ ਉਮਰ ਦਾ ਜਿਹੜਾ ਪ੍ਰੋਬਲਮ ਹੋ ਜੂਗੀ, ਤਾਂ ਉਹ ਲੋਕ ਕਈ ਵਾਰ ਅਗਰ ਕਰ ਸਕਦੇ ਹੋਣ ਤਾਂ ਉਸ ਨੂੰ ਰੀਸ਼ੈਡਿਊਲ ਵੀ ਕਰ ਦਿੰਦੇ ਨੇ। ਕਈ ਵਾਰੀ ਅੱਗੇ ਕਰ ਦਿੰਦੇ ਨੇ, ਪਿੱਛੇ ਕਰ ਦਿੰਦੇ ਨੇ। ਬਹੁਤ ਸਾਰੇ ਲੋਕ ਐਸੇ ਨੇ ਜਿਨ੍ਹਾਂ ਨੇ ਈਵਨਿੰਗ ਦੀ ਬਜਾਏ ਦੁਪਹਿਰ ਨੂੰ ਵਿਆਹ ਕਰ ਲਏ, ਜਾਂ ਕਈ ਲੋਕਾਂ ਨੇ ਜਿਵੇਂ ਘੁੜਚੜੀ ਹੈ, ਬਰਾਤ ਜਿਹੜੀ ਹੈਗੀ ਹੈ 3 ਵਜੇ ਤੋਂ 4 ਵਜੇ ਹੀ ਕਰ ਲਈ ਔਰ 7 ਵਜੇ ਨੂੰ ਡਿਨਰ ਕਰਕੇ ਉਹਨੂੰ ਵਾਈਂਡ ਅਪ ਕਰ ਲਿਆ। ਐਂਡ ਇਟਸ ਸੋ ਗੁੱਡ। ਔਰ ਲੋਕ ਅਨਨੈਸੈਸਰੀਲੀ ਜਿੱਥੇ ਸਰ ਸਕਦਾ, ਮੈਂ ਖੁਦ ਵੀ ਅਗਰ ਮੈਂ ਕੋਈ 60-100 ਕਿਲੋਮੀਟਰ ਸਫ਼ਰ ਕਰਕੇ ਕਿਸੇ ਫੰਕਸ਼ਨ 'ਚ ਜਾਣਾ ਹੋਏ ਔਰ ਮੇਰੇ ਦਿਮਾਗ 'ਚ ਕਿਤੇ ਨਾ ਕਿਤੇ ਹੋਏ ਕਿ 11 ਵਜੇ ਤੋਂ ਬਾਅਦ ਕਰਫਿਊ ਹੋਊਗਾ, ਮੈਨੂੰ ਰਸਤੇ 'ਚ ਪਰੇਸ਼ਾਨੀ ਹੋ ਸਕਦੀ ਹੈ, ਤਾਂ ਬਹੁਤੇ ਚਾਂਸ ਨੇ ਕਿ ਅਗਰ ਬਹੁਤ ਜ਼ਰੂਰੀ ਨਹੀਂ ਹੈ ਤਾਂ ਮੈਂ ਅਵੋਇਡ ਕਰਦਾ ਉਸ ਗੱਲ ਨੂੰ। ਸੇਮ ਸਾਰੇ ਲੋਕਾਂ ਦੇ ਲਾਗੂ ਹੈਗਾ। ਔਰ ਇਹ ਗੱਲ ਮੈਂ ਪਹਿਲਾਂ ਤੋਂ ਬਾਰ-ਬਾਰ ਔਰ ਸਰਕਾਰ ਵੀ ਬਾਰ-ਬਾਰ ਕਹਿੰਦੀ ਆਈ ਹੈ ਕਿ ਬਹੁਤ ਜ਼ਰੂਰੀ ਫੰਕਸ਼ਨਸ ਅਟੈਂਡ ਕਰੋ। ਜਾਨ ਹੈ ਤਾਂ ਜਹਾਨ ਹੈ। ਸਾਰੀ ਉਮਰ ਪਈ ਹੈ ਫੰਕਸ਼ਨਸ ਅਟੈਂਡ ਕਰਨ ਲਈ। ਹੁਣ ਕਿਸੇ ਦੇ ਮੁੰਡੇ ਦਾ ਵਿਆਹ, ਕੁੜੀ ਦਾ ਵਿਆਹ, ਭੈਣ ਦਾ ਵਿਆਹ, ਭਰਾ ਦਾ ਵਿਆਹ, ਉਹ ਤਾਂ ਲੋਕਾਂ ਨੇ ਅਟੈਂਡ ਕਰਨੇ ਹੀ ਕਰਨੇ ਹੈ। ਬਟ ਕਈ ਵਾਰ ਅਸੀਂ ਇਹ ਦੇਖਿਆ ਹੈ ਕਿ ਜਿਹੜੀਆਂ ਬਹੁਤ ਹੀ ਵੱਡੇ ਪੱਧਰ 'ਤੇ ਸ਼ਾਦੀਆਂ ਕਰਕੇ 1000-2000 ਦੇ ਇਕੱਠ ਕਰ ਰਹੇ ਆ, ਅਨਨੈਸੈਸਰੀਲੀ ਲੋਕ ਆ ਰਹੇ ਆ। ਇੱਕ ਵਿਆਹ 'ਚੋਂ 60 ਲੋਕ ਪੋਜ਼ੀਟਿਵ ਆ ਗਏ। ਸੋ ਇਹ ਸਾਰੀਆਂ ਚੀਜ਼ਾਂ ਨੂੰ ਇਹ ਜਿਹੜਾ ਨਾਈਟ ਕਰਫਿਊ ਹੈ ਠੱਲ ਪਾਉਂਦਾ। ਔਰ ਮੈਂ ਮਤਲਬ ਖੁਦ ਇੱਕ ਪੰਜਾਬੀ ਹੈਗਾ,
ਆਪਾਂ ਹਰ ਚੀਜ਼ 'ਚ ਯਾਰ ਨੈਗੇਟਿਵਿਟੀ ਨਾ ਲੱਭੀਏ। ਕਈ ਵਾਰ ਜਿਵੇਂ ਇੱਕ ਬੱਚਾ ਪੜ੍ਹਨ ਜਾਂਦਾ, ਉਹਨੂੰ ਮਾਸਟਰ ਊੜਾ ਐੜਾ ਪੜ੍ਹਾਉਂਦੇ ਆ ਜਾਂ ABC ਪੜ੍ਹਾਉਂਦੇ ਆ, ਅਗਰ ਉਹ ਮਤਲਬ ਇੱਕ ਟੀਚਰ ਨੂੰ ਪਤਾ ਹੈ ਕਿ ਕਿਹੜੇ ਵੇਲੇ ਉਹਨੂੰ ਪੈਰਾਗ੍ਰਾਫ ਰਾਈਟਿੰਗ ਕਰਾਉਣੀ ਹੈ, ਕਿਹੜੇ ਵੇਲੇ ਐਸੇ ਕਰਾਉਣਾ, ਕਿਹੜੀ ਸਟੇਜ 'ਤੇ ਕੀ ਕਰਾਉਣਾ। ਜਿਹੜੀ ਗਵਰਨਮੈਂਟ ਹੈ ਜਾਂ ਐਡਮਿਨਿਸਟ੍ਰੇਟਿਵ ਆਫਿਸਰਸ ਨੇ, ਦੇ ਆਰ ਟ੍ਰੇਨਡ ਫॉर ਇਟ। ਆਪਾਂ ਕਿਤੇ ਨਾ ਕਿਤੇ ਉਹਨਾਂ ਦੇ ਬੁੱਧੀ ਵਿਵੇਕ ਤੇ ਤੁਹਾਡੇ ਸਮਾਜ 'ਚੋਂ ਹੀ ਅਸੀਂ ਸਾਰੇ ਉਸ ਪ੍ਰੋਸੈਸ ਰਾਹੀਂ ਲੰਘ ਕੇ ਟ੍ਰੇਨ ਹੋ ਕੇ ਇਸ ਕੰਮ ਲਈ ਆਏ ਹਾਂ। ਆਪਾਂ ਇੱਕ ਦੂਜੇ ਦਾ ਸਹਿਯੋਗ ਕਰੀਏ। ਅਗਰ ਉਹ ਬੱਚਾ ਪਹਿਲੇ ਦਿਨ ਜਾ ਕੇ ਹੀ ਸਵਾਲ ਕਰਨਾ ਸ਼ੁਰੂ ਕਰ ਦੇ ਵੀ ਤੁਸੀਂ ਮੈਨੂੰ Z ਤੋਂ ਕਿਉਂ ਨਹੀਂ ਪੜ੍ਹਾਉਣਾ ਸ਼ੁਰੂ ਕਰਦੇ, A ਤੋਂ ਹੀ ਕਿਉਂ ਪੜ੍ਹਾਉਣਾ ਸ਼ੁਰੂ ਕਰਦੇ ਹੋ, ਮਤਲਬ ਗਿਣਤੀ ਉਲਟੀ ਵੀ ਸਿਖਾਈ ਜਾ ਸਕਦੀ ਹੈ, 100 ਤੋਂ ਥੱਲੇ ਨੂੰ ਵੀ ਸਿਖਾਈ ਜਾ ਸਕਦੀ ਹੈ। ਸੋ ਇਹ ਇੱਕ ਸੋਸ਼ਲ ਮੀਡੀਆ 'ਤੇ ਇੱਕ ਟ੍ਰੈਂਡ ਬਣ ਗਿਆ। ਹਰ ਇੱਕ ਚੀਜ਼ ਨੂੰ ਮਤਲਬ ਜਿਹੜਾ ਹੈਗਾ ਇੱਕ ਨੈਗੇਟਿਵ ਕ੍ਰਿਟਿਸਿਜ਼ਮ, ਪੋਜ਼ੀਟਿਵ ਕ੍ਰਿਟਿਸਿਜ਼ਮ ਨੂੰ ਅਸੀਂ ਹਮੇਸ਼ਾ ਜਿਹੜੇ ਹੈਗੇ ਆ ਇਹਨੂੰ ਵੈਲਕਮ ਕਰਦੇ ਹਾਂ। ਬਟ ਇਹ ਜਿਹੜੇ ਫੈਸਲੇ ਹੈਗੇ ਨੇ, ਨਾਈਟ ਕਰਫਿਊ ਲਗਾਉਣਾ ਔਰ ਕੁਝ ਰਿਸਟ੍ਰਿਕਸ਼ਨਸ ਲਗਾਉਣੀਆਂ, ਕੋਈ ਵੀ ਸਰਕਾਰ ਖੁਸ਼ ਮਨ ਨਾਲ ਨਹੀਂ ਕਰਦੀ। ਅਸੀਂ ਵੀ ਭਰੇ ਮਨ ਨਾਲ ਕਰ ਰਹੇ ਹਾਂ। ਜਿੱਦੇ ਇਹ ਹਾਲਾਤ ਠੀਕ ਹੋ ਗਏ, ਆਈ ਅਸ਼ੋਰ ਯੂ ਕਿ ਇਹ ਸਾਰੀਆਂ ਚੀਜ਼ਾਂ ਠੀਕ ਹੋ ਜਾਣਗੀਆਂ। ਇਸੇ ਨਾਲ ਹੀ ਜੁੜਿਆ ਇੱਕ ਸਵਾਲ ਰਜੇਸ਼ ਸ਼ਰਮਾ ਜੀ ਨੇ ਪੁੱਛਿਆ ਕਿ ਸਰ ਤੁਸੀਂ ਲੋਕਡਾਊਨ ਤਾਂ ਨਹੀਂ ਲਾ ਰਹੇ ਦੁਬਾਰਾ। ਹੁਣ ਗੱਲ ਭਰਾਵਾ ਇਹ ਹੈ ਵੀ ਜੇ ਲੋਕ ਸਾਨੂੰ ਸਹਿਯੋਗ ਕਰਨਗੇ, ਜਿਹੜੇ ਕਿ ਇੰਜੈਕਸ਼ਨ ਇੰਨੀ ਵੱਡੀ ਤਾਦਾਦ ਦੇ ਵਿੱਚ ਆਏ ਨੇ, ਜਾ ਕੇ ਖੁੱਲ੍ਹੇ ਮਨ ਨਾਲ ਇੰਜੈਕਸ਼ਨਸ ਲਗਾਉਣਗੇ, ਮਾਸਕ ਪਾਉਣਗੇ, ਘੱਟ ਤੋਂ ਘੱਟ ਬਾਹਰ ਵਿਚਰਨਗੇ, ਆਪਦਾ ਬਚਾਅ ਕਰਨਗੇ, ਹੱਥ ਧੋਂਦੇ ਰਹਿਣਗੇ, ਇਹ ਬਿਮਾਰੀ ਨਹੀਂ ਫੈਲੂਗੀ ਤਾਂ ਲੋਕਡਾਊਨ ਕਿਉਂ ਕਰਨਾ ਹੈ। ਅਸੀਂ ਤਾਂ ਚਾਹਾਂਗੇ ਕਿ ਸਾਡੀ ਇਕੋਨਮੀ ਚੱਲੇ, ਬਾਜ਼ਾਰ ਚੱਲਣ, ਲੋਕ ਹੱਸਦੇ ਵਸਦੇ ਰਹਿਣ। ਪਰ ਜੇਕਰ ਇੱਦਾਂ ਮਤਲਬ ਵੱਧਦੇ ਰਹੇ ਕੇਸ ਤਾਂ ਹੱਥ ਕੰਗਣ ਨੂੰ ਆਰਸੀ ਕੀ। ਜਿਹੜੇ ਤੁਸੀਂ ਫਰਾਂਸ ਦੇ ਵਿੱਚ ਦੇਖ ਲਓ, ਸਪੇਨ ਦੇ ਵਿੱਚ ਦੇਖ ਲਓ, ਕੈਨੇਡਾ ਦੇ ਵਿੱਚ ਦੇਖ ਲਓ, ਉਹਨਾਂ ਦੇਸ਼ਾਂ 'ਚ ਬਿਯੋਂਡ ਏ ਲਿਮਿਟ ਜਦੋਂ ਕੇਸਿਸ ਵੱਧ ਗਏ ਤਾਂ ਸਰਕਾਰਾਂ ਨੂੰ ਮਜਬੂਰਨ ਦੁਬਾਰਾ ਤੋਂ ਲੋਕਡਾਊਨ ਕਰਨਾ ਪਿਆ। ਸੇਮ ਇਜ਼ ਕੇਸ ਵਿਦ ਬਹੁਤੀ ਦੂਰ ਜਾਣ ਦੀ ਕੀ ਲੋੜ ਹੈ। ਮਹਾਰਾਸ਼ਟਰ ਜਿਹੜਾ ਹੈਗਾ ਉਹਦਾ ਕਾਫੀ ਕੁਝ ਮਿਲਦਾ ਜੁਲਦਾ ਆਪਣੇ ਨਾਲ। ਲੋਕ ਪ੍ਰੋਗਰੈਸਿਵ ਨੇ, ਖੂਬ ਸਾਰੀ ਇੰਡਸਟਰੀ ਹੈ, ਬਹੁਤ ਸਾਰਾ ਟਰੈਵਲ ਕਰਦੇ ਨੇ, ਬਹੁਤ ਸਾਰਾ ਰੂਰਲ ਅਰਬਨ ਦਾ ਮਿਕਸਚਰ ਹੈ। ਉੱਥੇ ਇੰਨੇ ਕੇਸਿਸ ਵਧੇ ਕਿ ਸਰਕਾਰ ਨੂੰ ਮਜਬੂਰਨ ਪਿਛਲੇ ਕੁਝ ਦਿਨਾਂ ਤੋਂ ਕੁਝ ਸ਼ਹਿਰਾਂ ਦੇ ਵਿੱਚ ਸਿਲੈਕਟਡ ਕਰਫਿਊ ਲਗਾਉਣਾ ਪਿਆ। ਸੋ ਮੈਂ ਕਿਸੇ ਵੀ ਚੀਜ਼ ਨੂੰ ਰੂਲ ਆਊਟ ਨਹੀਂ ਕਰਦਾ, ਪਰ ਅਗਰ ਤੁਸੀਂ ਸਾਡੇ ਨਾਲ ਸਹਿਯੋਗ ਦਿਓਗੇ ਔਰ ਮਾਰਚ ਅਪ੍ਰੈਲ ਦਾ ਮਹੀਨਾ ਸਾਡੇ ਨਾਲ ਸਹਿਯੋਗ ਦੇ ਦਿਓ, ਮੈਨੂੰ ਬਹੁਤ ਉਮੀਦ ਹੈ ਕਿ ਅਸੀਂ ਪਹਿਲਾਂ ਵਾਂਗ ਜਿਵੇਂ ਦੀਵਾਲੀ ਦੁਸ਼ਹਿਰੇ ਤੋਂ ਬਾਅਦ ਸਾਰਾ ਕੁਝ ਨਾਰਮਲ ਹੋ ਗਿਆ ਸੀ, ਸਾਰਾ ਕੁਝ ਨਾਰਮਲ ਹੋ ਜਾਏਗਾ। ਭਵਿਆ ਗਰਗ ਜੀ ਦਾ ਇਹ ਕਹਿਣਾ ਹੈ ਕਿ ਬਹੁਤ ਸਾਰੇ ਟੀਚਰ ਇਨਫੈਕਟ ਹੋ ਰਹੇ ਨੇ ਔਰ ਸਾਰੇ ਸਟੂਡੈਂਟਸ ਲਈ ਵੀ ਪ੍ਰੋਬਲਮ ਆ ਰਹੀ ਹੈ। ਸਾਰੇ ਕਾਲਜਿਸ ਤੇ ਆਪਾਂ ਕਲਾਸਾਂ ਕਿਉਂ ਨਹੀਂ ਬੰਦ ਕਰ ਦਿੰਦੇ। ਮੈਂ ਇਹਦਾ ਦੱਸਣਾ ਚਾਹੁੰਦਾ ਹਾਂ ਕਿ ਸਰਕਾਰ ਨੇ ਪਹਿਲਾਂ ਹੀ ਜਿਹੜੇ ਬੋਰਡ ਦੇ ਐਗਜ਼ਾਮਸ ਨੇ ਉਹਨਾਂ ਨੂੰ ਵੀ ਅੱਗੇ ਪਾਤਾ ਤੇ ਸਕੂਲਾਂ ਨੂੰ ਬੋਥ ਪ੍ਰਾਈਵੇਟ ਐਜ਼ ਵੈਲ ਐਜ਼ ਸਰਕਾਰੀ ਦੋਨੇ ਬੰਦ ਕਰਾਏ ਹੈ। ਅਗਰ ਕੋਈ ਨਹੀਂ ਬੰਦ ਕਰਦਾ ਸਾਡੇ ਧਿਆਨ 'ਚ ਲਿਆਓ, DO ਸਾਹਿਬ ਦੇ ਧਿਆਨ 'ਚ ਲਿਆਓ, ਵੀ ਵਿਲ ਟੇਕ ਸਟ੍ਰਿਕਟ ਐਕਸ਼ਨ। ਔਰ ਮੈਂ ਦੂਜੀ ਗੱਲ ਇਹ ਵੀ ਇਹਨਾਂ ਨੇ ਰਿਕੁਐਸਟ ਕੀਤੀ ਹੈ ਕਿ ਟੀਚਰਸ ਨੂੰ, ਫਰੰਟ ਲਾਈਨ ਵਰਕਰਸ ਨੂੰ ਅਲਾਓ ਕੀਤਾ ਗਿਆ ਸੀ, ਵੈਕਸੀਨੇਸ਼ਨ ਨਹੀਂ ਲੈ ਰਹੇ। ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਪੰਜਾਬ ਸਰਕਾਰ ਦੇ ਜਿੰਨੇ ਵੀ ਇੰਪਲੋਈਜ਼ ਨੇ, ਡੇ 1 ਤੋਂ ਅਸੀਂ ਕਹਿ ਰਹੇ ਹਾਂ ਕਿ ਆਲ ਆਫ ਦੈਮ ਆਰ ਫਰੰਟ ਲਾਈਨ ਵਰਕਰਸ। ਸਾਰਿਆਂ ਨੂੰ ਇਹ ਗੱਲ ਕਹੀ ਗਈ ਹੈ ਕਿ ਨੇੜੇ ਦੇ ਕੇਂਦਰ 'ਚ ਜਾ ਕੇ, ਜਾਂ ਤਾਂ ਕਿਸੇ ਨੂੰ ਨੌਲੇਜ ਨਹੀਂ, ਮੈਂ ਰੀਟਰੇਟ ਕਰਦਾ ਹੈਗਾ, ਜਿਨ੍ਹਾਂ ਨੇ ਵੀ ਲੋਕਡਾਊਨ ਦੇ ਵਿੱਚ ਸੇਵਾਵਾਂ ਨਿਭਾਈਆਂ ਨੇ ਉਹ ਸਾਰਿਆਂ ਨੂੰ ਅਖਤਿਆਰ ਹੈਗਾ ਨੇੜੇ ਦੇ ਸਿਹਤ ਕੇਂਦਰ 'ਤੇ ਜਾ ਕੇ ਆਪ ਦਾ ਜਿਹੜਾ ਆਈ ਕਾਰਡ ਔਰ ਆਪਦਾ ਆਧਾਰ ਕਾਰਡ ਦਿਖਾ ਕੇ ਤੁਸੀਂ ਜਿਹੜੀ ਹੈਗੀ ਹੈ ਵੈਕਸੀਨੇਸ਼ਨ ਕਰਾ ਸਕਦੇ ਹੋ। ਜੇ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਤਾਂ ਜ਼ਿਲ੍ਹਾ ਟੀਕਾਕਰਨ ਦਫ਼ਤਰ ਡਾਕਟਰ ਕਿਰਨ ਕੌਰ ਗਿੱਲ ਸਾਡੇ ਹੈਗੇ ਨੇ, ਸਿਵਲ ਸਰਜਨ ਸਾਹਿਬ ਨੇ। ਜੇ ਉੱਥੋਂ ਵੀ ਗੱਲ ਨਹੀਂ ਬਣਦੇ, ਤੁਹਾਡੇ SDM ਸਾਹਿਬ ਹੈਗੇ ਨੇ। ਜੇ ਉੱਥੋਂ ਵੀ ਗੱਲ ਨਹੀਂ ਬਣਦੀ, ADC ਡਿਵੈਲਪਮੈਂਟ ਨੋਡਲ ਆਫਿਸਰ ਨੇ। ਫਿਰ ਵੀ ਗੱਲ ਨਹੀਂ ਬਣਦੀ ਤਾਂ ਮੈਂ ਹੈਗਾ। ਤੁਸੀਂ ਸਾਨੂੰ ਦੱਸੋ। ਸਾਰੇ ਮੁਲਾਜ਼ਮ ਮੈਂ ਇੱਕ ਸਵੀਪਿੰਗ ਜਿਹੜੀ ਸਟੇਟਮੈਂਟ ਤਾਂ ਦੇ ਰਿਹਾ ਕਿਉਂਕਿ ਸਾਰੇ ਮੁਲਾਜ਼ਮਾਂ ਨੇ, ਚਾਹੇ ਡਾਟਾ ਐਂਟਰੀ 'ਚ ਸਾਡੀ ਮਦਦ ਕੀਤੀ ਹੋਏ, ਟੀਚਰਸ ਨੇ ਜਦੋਂ ਸਾਡੀਆਂ ਟ੍ਰੇਨਸ ਚੱਲੀਆਂ ਉਦੋਂ ਮਦਦ ਕੀਤੀ ਹੋਏ, ਹੁਣ ਬੱਚਿਆਂ ਨੂੰ ਪੜ੍ਹਾਉਣਾ ਵੀ ਇੱਕ ਤਰ੍ਹਾਂ ਦਾ ਮਤਲਬ ਕੋਵਿਡ ਦੇ ਦੌਰਾਨ ਇਹ ਵੀ ਇੱਕ ਕੰਮ ਹੀ ਹੈਗਾ। ਸੋ ਜ਼ਿਆਦਾਤਰ ਬੰਦਿਆਂ ਨੇ ਕੋਈ ਨਾ ਕੋਈ ਕੋਵਿਡ ਦੀ ਡਿਊਟੀ ਕੀਤੀ ਹੈ ਔਰ ਜ਼ਿਆਦਾਤਰ ਫਰੰਟ ਲਾਈਨ ਦੀ ਡੈਫੀਨੇਸ਼ਨ ਨੂੰ ਜਿਹੜੇ ਕਵਰ ਕਰਦੇ ਆ। ਤਾਂ ਮੇਰੀ ਸਾਰੇ ਮੁਲਾਜ਼ਮਾਂ ਨੂੰ, ਇਕੱਲੇ ਟੀਚਰਾਂ ਨੂੰ ਨਹੀਂ, ਸਾਰੇ ਮੁਲਾਜ਼ਮਾਂ ਨੂੰ ਇਹ ਗੁਜ਼ਾਰਿਸ਼ ਹੈ ਕਿ ਲਗਾਓ, ਕਿਉਂਕਿ ਹੁਣ ਜਿਹੜਾ ਮਤਲਬ ਕੇਸਿਸ ਆ ਰਹੇ ਨੇ ਯੰਗਰ ਏਜ ਨੂੰ ਜ਼ਿਆਦਾ ਇਫੈਕਟ ਕਰ ਰਹੇ ਨੇ, ਲੰਗਸ 'ਤੇ ਇਹਨਾਂ ਦਾ ਜਲਦੀ ਇਫੈਕਟ ਆ ਰਿਹਾ ਔਰ ਇਹਦੇ ਨਾਲੋਂ ਨਾਲ ਇਹਦੇ ਜਿਹੜੇ ਮਾੜੇ ਪ੍ਰਭਾਵ ਵੀ ਜਲਦੀ ਆ ਰਹੇ ਨੇ। ਹੁਣ ਉਹ ਦਿਨ ਲੱਦ ਗਏ ਜਦੋਂ ਕਿ ਬਜ਼ੁਰਗ ਆਦਮੀ ਇਸ ਤੋਂ ਇਫੈਕਟ ਹੋ ਰਹੇ ਸੀ। ਰੈਦਰ ਬਜ਼ੁਰਗਾਂ 'ਚ ਬਹੁਤ ਉਤਸ਼ਾਹ ਹੈ। ਹਰ ਰੋਜ਼ ਜਿਹੜੀ 4000 ਦੀ ਵੈਕਸੀਨੇਸ਼ਨ ਲੱਗ ਰਹੀ ਹੈ ਉਸ 'ਚੋਂ 2200-2300 ਇਕੱਲੇ ਬਜ਼ੁਰਗ 60 ਸਾਲ ਤੋਂ ਵੱਧ ਉਮਰ ਦੇ ਬੰਦੇ ਲਗਵਾ ਰਹੇ ਨੇ।
ਸੋ ਦੈਟ ਮੀਨਸ 55% ਦੇ ਕਰੀਬ ਲੋਕ ਬਜ਼ੁਰਗ ਇੰਜੈਕਸ਼ਨ ਲਵਾ ਰਹੇ ਨੇ। ਦੂਜੀ ਗੱਲ 45 ਤੋਂ ਉੱਪਰ ਦੇ ਜ਼ਿਆਦਾਤਰ ਲੋਕ ਜਿਹੜੇ ਹੈਗੇ ਆ ਬਹੁਤ ਥੋੜੀ ਸੰਖਿਆ 'ਚ 25-30% ਲੋਕ ਹੀ ਆ ਰਹੇ ਨੇ। ਗੋਲਡੀ ਭਗਤ ਜੀ ਦਾ ਕਹਿਣਾ ਹੈ ਕਿ ਡਸ ਕਮਿਊਨਿਟੀ ਬੇਸਡ ਵੈਕਸੀਨੇਸ਼ਨ ਇਜ਼ ਅਲਾਉਡ। ਗੋਲਡੀ ਭਗਤ ਸਾਹਿਬ ਗੱਲ ਇਹ ਹੈ ਜਿਹੜੀ ਵੈਕਸੀਨੇਸ਼ਨ ਹੈ, ਕਿਉਂਕਿ ਇਹਦਾ ਪ੍ਰਬੰਧ ਜਿਹੜਾ ਹੈਗਾ ਇਹ ਬੜਾ ਮੁਸ਼ਕਿਲ ਹੈ। ਇਹਦੀ ਸਪਲਾਈ ਚੇਨ ਪਿੱਛੋਂ ਦੇਖਣੀ ਪੈਂਦੀ ਹੈ ਕਿ ਕਿੱਥੋਂ ਪ੍ਰੋਡਕਸ਼ਨ ਹੋ ਕੇ ਕਿੰਨੀ ਆ ਰਹੀ ਹੈ। ਕੇਂਦਰ ਸਰਕਾਰ ਦਾ ਜਿਹੜਾ ਸਿਹਤ ਮੰਤਰਾਲਾ ਹੈਗਾ ਉਹ ਇਹ ਸਾਰਾ ਪ੍ਰਬੰਧ ਕਰਕੇ ਸਟੇਟ ਦੇ ਸਿਹਤ ਮੰਤਰਾਲੇ ਰਾਹੀਂ ਇਹਦੀ ਵੰਡ ਕਰ ਰਿਹਾ ਹੈਗਾ। ਸੋ ਵੀ ਆਰ ਟੋਟਲੀ ਡਿਪੈਂਡੈਂਟ ਅਪੋਨ ਦਾ ਸੈਂਟਰਲ ਗਵਰਨਮੈਂਟ, ਸੋ ਵੀ ਗੋ ਬਾਈ ਦ ਸੈਂਟਰਲ ਗਵਰਨਮੈਂਟ ਇੰਸਟਰਕਸ਼ਨਸ ਔਨ ਦਿਸ। ਪਰ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ, ਕਿਉਂਕਿ ਬਹੁਤ ਸਾਰੇ ਲੋਕ ਕਿਉਂਕਿ ਅਜੇ ਨਹੀਂ ਸੀ ਆ ਰਹੇ ਲਗਾਉਣ ਲਈ। ਤਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਅੱਜ ਹੀ ਜਿਹੜੀ ਮੈਂ ਮੀਡੀਆ ਰਿਪੋਰਟਸ ਜੋ ਦੇਖੀਆਂ ਨੇ, ਉਹਨਾਂ ਨੇ ਕੇਂਦਰ ਸਰਕਾਰ ਤੋਂ ਇਹ ਡਿਮਾਂਡ ਕੀਤੀ ਹੈ ਕਿ ਇਹਦਾ ਵਾਈਡਰ ਸਪੈਕਟਰਮ ਕਵਰ ਕੀਤਾ ਜਾਏ ਔਰ ਜਿਹੜੇ ਏਰੀਆ ਦੇ ਵਿੱਚ ਇਹ ਫੈਲੀ ਹੋਈ ਹੈ ਉੱਥੇ ਇੱਕ ਜ਼ਿਆਦਾ ਵੱਡੇ ਵਰਗ ਨੂੰ ਇਹਦੇ ਵਿੱਚ ਕਵਰ ਕੀਤਾ ਜਾਵੇ। ਸੋ ਅਸੀਂ ਆਉਣ ਵਾਲੇ ਦਿਨਾਂ 'ਚ ਵੇਟ ਕਰਾਂਗੇ। ਬਟ ਅਗੇਨ ਐਟ ਦਾ ਕਾਸਟ ਆਫ ਦੂਜੀ ਤੀਜੀ ਵਾਰੀ ਮੈਂ ਰਿਪੀਟ ਕਰ ਰਿਹਾ ਵੀ ਜਿਹੜੇ ਲੋਕਾਂ ਨੂੰ ਮੌਕਾ ਦਿੱਤਾ ਗਿਆ, ਬਹੁਤ ਵੱਡਾ ਵਰਗ ਹੈ 45 ਸਾਲ ਤੋਂ ਉੱਪਰ, ਮਤਲਬ ਅੱਧੀ ਜਨਤਾ ਆਪਣੀ ਹੈਗੀ ਆ, ਉਸ ਦੇ ਬਾਵਜੂਦ ਬਹੁਤ ਹੀ ਮੱਠਾ ਹੁੰਗਾਰਾ ਹੈਗਾ। ਆਪਾਂ ਜਿਹੜੇ ਬੰਦਿਆਂ ਨੂੰ ਮੌਕਾ ਮਿਲਿਆ ਉਹ ਇਸ ਮੌਕੇ ਦਾ ਫਾਇਦਾ ਉਠਾਓ। ਇਸ ਤੋਂ ਪਹਿਲਾਂ ਕਿ ਯੂਨੀਵਰਸਲ ਹੋ ਜੇ ਤੇ ਫਿਰ ਤੁਸੀਂ ਜਾਓ ਤੇ ਉਦੋਂ ਹਸਪਤਾਲਾਂ 'ਚ ਲਾਈਨਾਂ ਲੱਗੀਆਂ ਹੋਣ। ਧੰਨਵਾਦ। ਮੈਨੂੰ ਉਮੀਦ ਹੈ ਕਿ ਤੁਸੀਂ ਸਾਡੇ ਸਹਿਯੋਗ ਕਰਦੇ ਹੋਏ ਇਸ ਨੂੰ ਠੱਲ